ਵੈਲਕਮ ਟੂ ਆਲ ਆਫ ਦੀ ਸਵਾਗਤ ਹੈ ਤੁਹਾਡੇ ਆਪਣੇ ਚੈਨਲ MSW ਸਟੱਡੀ ਦੇ ਵਿੱਚ। ਔਰ ਗੱਲ ਕਰਾਂਗੇ SST ਦੀ PS ਟੈਟ ਬਾਰੇ, ਜਿਹੜੀ ਕਲਾਸ ਆਪਣੇ ਕਈ ਦਿਨਾਂ ਤੋਂ ਨਹੀਂ ਲੱਗ ਰਹੀ ਸੀ। ਤਾਂ ਉਸ ਕਲਾਸ ਦਾ ਅੱਜ ਥਰਡ ਟੌਪਿਕ ਹੈਗਾ। ਸੋ ਆਫਲਾਈਨ ਹੀ ਕਲਾਸ ਰਹਿੰਦੀ ਹੈ। ਸੋ ਸਟਾਰਟ ਕਰਨ ਲੱਗੇ ਇਸ ਕਲਾਸ ਨੂੰ। ਠੀਕ ਹੈ ਜੀ, ਫਸਟ ਕੁਐਸਚਨ ਤੁਹਾਡੀ ਸਕਰੀਨ ਤੇ ਹੈਗਾ। ਔਰ ਜਿਹੜੀ ਆਪਣੀ ਕਲਾਸ CDP ਦੀ ਲੱਗਦੀ ਹੈ ਉਹਦੇ ਵਿੱਚ ਪਤਾ ਨਹੀਂ ਕੀ ਅਜਿਹਾ ਸਿਸਟਮ ਬਣਿਆ ਕਿ ਰਾਤੀ ਵੀ ਕਲਾਸ ਥੋੜ੍ਹਾ ਜਿਹਾ ਮੌਸਮ ਕਰਕੇ ਵੀ ਹੋਇਆ, ਮੈਕ ਦੀ ਪ੍ਰੋਬਲਮ ਵੀ ਆ ਰਹੀ ਸੀ ਅਤੇ ਉਸ ਤੋਂ ਬਾਅਦ ਉਹ ਕਲਾਸ ਨਹੀਂ ਲੱਗ ਸਕੀ। ਸੋ ਉਹਦੇ ਲਈ ਮਾਫੀ ਚਾਹੁੰਦੇ ਹਾਂ। ਸੋ ਉਹ ਕਲਾਸ ਜਲਦੀ ਕਰਾਂਗੇ, ਅੱਜ ਹੋ ਸਕਦਾ ਡੇ ਟਾਈਮ ਕਰ ਦਈਏ। ਅਤੇ ਇਹ ਤੁਸੀਂ ਦੇਖ ਸਕਦੇ ਹੋ SST ਦੀ ਕਲਾਸ ਆਪਾਂ ਕਹਿੰਦੇ ਵੀ ਕਿਹੜੇ ਰਾਜਪੂਤ ਸ਼ਾਸਕ ਨੇ ਆਖਰ ਤੱਕ ਮੁਗਲਾਂ ਦੀ ਅਧੀਨਤਾ ਸਵੀਕਾਰ ਨਹੀਂ ਕੀਤੀ ਸੀ। ਉਹ ਰਾਈਟ ਆਂਸਰ ਕੀ ਹੋਊਗਾ? ਕੁਐਸਚਨ ਨੰਬਰ 1 ਦਾ ਆਂਸਰ ਹੋਏਗਾ ਡੀ। ਇਸ ਦਾ ਰਾਈਟ ਆਂਸਰ ਹੋਏਗਾ ਰਾਣਾ ਪ੍ਰਤਾਪ ਹੋਏਗਾ। ਠੀਕ ਹੈ, ਨਾਲ ਫੈਕਟ ਵੀ ਲਿਖਿਆ ਹੈਗਾ ਕਿ ਮੇਵਾੜ ਦੇ ਰਾਜਪੂਤ ਸ਼ਾਸਕ ਰਾਣਾ ਪ੍ਰਤਾਪ ਨੇ ਅੰਤ ਤੱਕ ਅਕਬਰ ਦੀ ਅਧੀਨਤਾ ਸਵੀਕਾਰ ਨਹੀਂ ਕੀਤੀ। ਅਗਲਾ ਕੁਐਸਚਨ ਤੁਹਾਡੀ ਸਕਰੀਨ ਤੇ ਹੈਗਾ ਬਟਾਈ। ਇਹ ਬਟਾਈ ਹੋਏਗਾ, ਬਣਾਈ ਲਿਖਿਆ ਗਿਆ ਇੱਥੇ, ਇਸ ਚੀਜ਼ ਨੂੰ ਸਮਝ ਲਿਓ ਥੋੜ੍ਹਾ ਜਿਹਾ। ਕਹਿੰਦੀ ਵੀ ਬਟਾਈ ਪ੍ਰਣਾਲੀ ਵਿੱਚ ਸਰਕਾਰ ਦਾ ਕਿੰਨਵਾਂ ਹਿੱਸਾ ਹੁੰਦਾ ਹੈ? ਬਟਾਈ ਪ੍ਰਣਾਲੀ ਦੇ ਵਿੱਚ ਸਰਕਾਰ ਦਾ ਜਿਹੜਾ ਹਿੱਸਾ ਹੁੰਦਾ 1/3। ਇਸ ਦਾ ਰਾਈਟ ਆਂਸਰ ਹੈਗਾ ਬਟਾਈ ਪ੍ਰਣਾਲੀ ਦਾ ਮਤਲਬ ਕੀ ਹੈ? ਠੀਕ ਹੈ, ਬਟਾਈ ਟੈਂਕਾ ਕਰ ਲਿਓ ਨਾਣੀ ਥਾਂ ਤੇ। ਅਕਬਰ ਸਮੇਂ ਪ੍ਰਚਲਿਤ ਹੋਈ ਸੀ। ਇਸ ਵਿੱਚ ਇਸ ਅਨੁਸਾਰ ਪੱਕੀ ਫਸਲ ਨੂੰ ਕੱਟ ਕੇ ਵੰਡਿਆ ਜਾਂਦਾ ਸੀ। ਬਟਾਈ ਪ੍ਰਣਾਲੀ ਦੇ ਵਿੱਚ ਇੱਕ ਕਨਕੂਤ ਹੁੰਦੀ ਸੀ, ਇਹਦੇ ਵਿੱਚ ਖੜੀ ਫਸਲ ਦਾ ਦੇਖ ਕੇ ਜਿਹੜਾ ਕਰ ਲਿਆ ਜਾਂਦਾ ਸੀ, ਅੰਦਾਜ਼ਾ ਲਾਇਆ ਜਾਂਦਾ ਸੀ ਖੜੀ ਫਸਲ ਨੂੰ ਦੇਖ ਕੇ। ਔਰ ਇੱਕ ਨਸਕ ਪ੍ਰਣਾਲੀ ਹੁੰਦੀ ਸੀ ਉਸ ਟਾਈਮ। ਇਸ ਵਿੱਚ ਪਿੰਡ ਦੇ ਸਾਰੇ ਪਿੰਡ ਦੀ ਜਿਹੜਾ ਫਸਲ ਨੂੰ ਇਕੱਠਾ ਕਰ ਲਿਆ ਜਾਂਦਾ ਸੀ, ਸਾਰੇ ਪਿੰਡ ਦੀ ਫਸਲ ਦੇ ਵਿੱਚੋਂ ਜਿਹੜਾ ਕਰ ਲਿਆ ਜਾਂਦਾ ਸੀ ਜਾਂ ਟੈਕਸ ਲਿਆ ਜਾਂਦਾ ਸੀ। ਠੀਕ ਹੈ, ਤਾਂ ਇਹ ਚੀਜ਼ ਨੂੰ ਧਿਆਨ ਰੱਖਿਓ। ਪੱਕੀ ਫਸਲ ਨੂੰ ਕੱਟ ਕੇ ਇਹ ਬਟਾਈ ਪ੍ਰਣਾਲੀ ਹੋ ਗਈ, ਕਰ ਲਿਆ ਜਾਂਦਾ ਸੀ। ਕਿ ਕਨਕੂਤ ਖੜੀ ਫਸਲ ਨੂੰ ਦੇਖ ਕੇ ਅੰਦਾਜ਼ਾ ਲਾਇਆ ਜਾਂਦਾ ਸੀ ਵੀ ਇਹਦੇ ਕਿੰਨਾ ਕਰ ਲੈਣਾ ਹੈਗਾ, ਟੈਕਸ ਲੈਣਾ ਹੈਗਾ। ਠੀਕ ਹੈ, ਉਹਨੂੰ ਕਨਕੂਤ ਪ੍ਰਣਾਲੀ, ਨਸਕ ਪ੍ਰਣਾਲੀ ਕੇ ਸਾਰੇ ਪਿੰਡ ਦੀ ਫਸਲ ਇਕੱਠੀ ਕਰਕੇ ਉਹਦੇ ਵਿੱਚੋਂ ਇਕੱਠਾ ਹੀ ਟੈਕਸ ਜਾਂ ਕਰ ਲਿਆ ਜਾਂਦਾ ਸੀ। ਇਹਦਾ ਆਂਸਰ ਜਿਹੜਾ ਹੋ ਗਿਆ ਸੀ ਪਿੱਛੇ 1/3 ਭਾਗ ਲਿਆ ਜਾਂਦਾ ਸੀ ਫਸਲਾਂ ਦਾ। ਚਲੋ ਜੀ ਅੱਗੇ, ਕਿਹੜੇ ਭੂਮੀ ਕਰ ਅਧੀਨ ਭੂਮੀ ਦਾ ਵਰਗੀਕਰਨ ਕੀਤਾ ਗਿਆ ਹੈ? ਕਿਹੜੇ ਭੂਮੀ ਕਰ ਅਧੀਨ ਭੂਮੀ ਦਾ ਵਰਗੀਕਰਨ ਕੀਤਾ ਗਿਆ ਹੈ? ਰਾਈਟ ਆਂਸਰ ਇਹਦਾ ਕੀ ਹੋਊਗਾ? ਹਾਂ, ਕੁਐਸਚਨ ਤੁਹਾਡੀ ਸਕਰੀਨ ਤੇ ਹੈਗਾ 3 ਨੰਬਰ। 3 ਦਾ ਆਂਸਰ ਜਿਹੜਾ ਹੋਏਗਾ ਡੀ ਆਂਸਰ ਹੋਏਗਾ ਜ਼ਬਤੀ ਪ੍ਰਣਾਲੀ। ਠੀਕ ਹੈ, 3 ਦਾ ਆਂਸਰ ਡੀ ਹੋਏਗਾ। ਅਕਬਰ ਦੇ ਵਿੱਤ ਮੰਤਰੀ ਟੋਡਰਮਲ ਨੇ 1581 ਵਿੱਚ ਜ਼ਬਤੀ ਪ੍ਰਣਾਲੀ ਸ਼ੁਰੂ ਕੀਤੀ ਸੀ। ਇਹ ਇੰਪੋਰਟੈਂਟ ਹੈ ਜ਼ਿਆਦਾ, ਹੋ ਸਕਦਾ ਆਹ ਕੁਐਸਚਨ ਨਾ ਪੁੱਛਿਆ ਜਾਵੇ। ਆਹ ਫੈਕਟ ਇੰਪੋਰਟੈਂਟ ਹੈ ਕਿ ਇਹ ਜ਼ਬਤੀ ਪ੍ਰਣਾਲੀ ਟੋਡਰਮਲ ਨੇ 1521 ਵਿੱਚ ਸ਼ੁਰੂ ਕੀਤੀ ਸੀ। ਠੀਕ ਹੈ, ਅਕਬਰ ਦਾ ਮੰਤਰੀ ਸੀ ਟੋਡਰਮਲ। ਔਰ ਟੋਡਰਮਲ ਦਾ ਬੰਦੋਬਸਤ ਵੀ ਕਹਿੰਦੇ ਇਸ ਪ੍ਰਣਾਲੀ ਨੂੰ, ਜ਼ਬਤੀ ਪ੍ਰਣਾਲੀ ਨੂੰ ਟੋਡਰਮਲ ਦਾ ਸਥਾਈ ਬੰਦੋਬਸਤ ਵੀ ਕਿਹਾ ਜਾਂਦਾ। ਇਹ ਚੀਜ਼ ਨੂੰ ਧਿਆਨ 'ਚ ਰੱਖ ਲਿਓ। ਅਗਲਾ ਕੁਐਸਚਨ, ਸ਼ਿਵਾਜੀ ਮਰਾਠਾ ਨੇ ਆਪਣੀਆਂ ਆਰੰਭਿਕ ਜਿੱਤਾਂ ਦੀ ਸ਼ੁਰੂਆਤ ਕਿਹੜੇ ਖੇਤਰ ਤੋਂ ਕੀਤੀ ਸੀ? ਉੱਤਰੀ ਭਾਰਤ ਤੋਂ, ਕੋਂਕਣ ਪ੍ਰਦੇਸ਼ ਤੋਂ, ਪੂਰਬੀ ਭਾਰਤ ਤੋਂ ਜਾਂ ਮੱਧ ਪ੍ਰਦੇਸ਼ ਤੋਂ? ਸ਼ਿਵਾ ਮਰਾਠਾ ਤੁਸੀਂ ਜਾਣਦੇ ਹੋਗੇ, ਸ਼ਿਵਾਜੀ ਬਹੁਤ ਇੰਪੋਰਟੈਂਟ ਹੈਗਾ। ਠੀਕ ਹੈ, ਤਾਂ ਕਾਫੀ ਏਰੀਏ ਦੇ ਵਿੱਚ ਮਰਾਠਿਆਂ ਦਾ ਰਾਜ ਜਿਹੜਾ ਸ਼ਿਵਾਜੀ ਲੈ ਕੇ ਆਏ ਸੀ। ਸੋ ਇਹਦਾ ਰਾਈਟ ਆਂਸਰ ਕੀ ਹੋਗਾ? ਕੁਐਸਚਨ ਨੰਬਰ 4 ਦਾ ਜਿਹਨਾਂ ਆਂਸਰ ਬੀ ਆ ਰਿਹਾ ਕੋਂਕਣ ਪ੍ਰਦੇਸ਼ ਦੇ ਵਿੱਚ, ਬੀ ਆਂਸਰ ਆਏਗਾ। ਅਗਲਾ ਕੁਐਸਚਨ ਤੁਹਾਡੀ ਸਕਰੀਨ ਤੇ, ਅਸ਼ਟ ਪ੍ਰਧਾਨ ਸੰਬੰਧੀ ਕਿਹੜਾ ਤੱਥ ਅਟੁਕਮਾ ਹੈ? ਅਸ਼ਟ ਪ੍ਰਧਾਨ ਸੰਬੰਧੀ ਕਿਹੜਾ ਤੱਥ ਅਟੁਕਮਾ ਹੈ? ਅਟੁਕਮਾ ਪੁੱਛਿਆ ਗਿਆ। 5 ਦਾ ਆਂਸਰ ਕਿਹਦਾ ਰਾਈਟ ਕੀ ਹੋਏਗਾ? ਜਿਨ੍ਹਾਂ ਦਾ ਆਂਸਰ ਬੀ ਆ ਰਿਹਾ ਸੁਮੰਤ ਧਾਰਮਿਕ ਕੰਮਾਂ ਦਾ ਮੰਤਰੀ ਹੁੰਦਾ ਸੀ। ਠੀਕ ਹੈ, ਇਹਦਾ ਅਟੁਕਮਾ ਪੁੱਛਿਆ ਨੇ, ਅਟੁਕਮਾ, ਟੁਕਮਾ ਨਹੀਂ ਪੁੱਛਿਆ, ਅਟੁਕਮਾ ਪੁੱਛਿਆ। ਠੀਕ ਹੈ, ਅਸ਼ਟ ਪ੍ਰਧਾਨ ਦੇ ਵਿੱਚ ਇਹ ਚੀਜ਼ ਵੀ ਸੀ, ਇਹ ਵੀ ਸੀ, ਪਰ ਆਹ ਚੀਜ਼ ਨਹੀਂ ਸੀ। ਬੀ ਆਂਸਰ। ਅਗਲਾ, ਮਰਾਠਾ ਕਾਲ ਦੇ ਵਿੱਚ ਜਾਂ ਮਰਾਠਿਆਂ ਦੇ ਸਮੇਂ ਪਾਟਿਲ ਕਿਹੜੀ ਇਕਾਈ ਦਾ ਮੁਖੀ ਹੁੰਦਾ ਸੀ? ਪਾਟਿਲ, ਪਾਟਿਲ ਪਰਗਾਨੇ ਦਾ, ਪ੍ਰਾਂਤ ਦਾ, ਪਿੰਡ ਦਾ, ਤਾਲੁਕਾ ਦਾ। ਜਿਹਦਾ ਰਾਈਟ ਆਂਸਰ ਕੀ ਹੋਊਗਾ? ਕੁਐਸਚਨ ਨੰਬਰ 6 ਦਾ ਆਂਸਰ ਸੀ ਹੋਏਗਾ ਪਿੰਡ ਦਾ ਮੁਖੀ ਹੁੰਦਾ ਸੀ ਪਾਟਿਲ। ਕਿਹਦੇ ਸਮੇਂ? ਮਰਾਠੇ ਦੇ ਸਮੇਂ। ਜਿਹੜਾ ਮਰਾਠਾ ਸਾਮਰਾਜ ਸੀ ਦੱਖਣ ਭਾਰਤ ਦੇ ਵਿੱਚ, ਉੱਥੇ ਜਿਹੜਾ ਪਾਟਿਲ ਹੁੰਦਾ ਸੀ ਉਹ ਐਜ਼ ਐ ਸਮਝ ਲਓ ਜਿਵੇਂ ਪਿੰਡ ਦਾ ਸਰਪੰਚ ਹੁੰਦਾ ਸੀ, ਉਸ ਤਰ੍ਹਾਂ ਹੁੰਦਾ ਸੀ ਪਾਟਿਲ। ਚਲੋ ਜੀ ਅੱਗੇ, ਉਪਜਾਊਪਣ ਮੁਤਾਬਕ ਭੂਮੀ ਦਾ ਸਹੀ ਕਰਮ ਕਿਹੜਾ ਹੈ? ਭੂਮੀ ਨੂੰ ਉਪਜਾਊ ਤੌਰ 'ਤੇ ਜਿਹੜਾ ਸਹੀ ਕਰਮ ਮੰਨਿਆ ਜਾਂਦਾ ਉਹ ਕਿਹੜਾ ਮੰਨਿਆ? ਪੋਲਜ਼, ਪ੍ਰੋਤੀ, ਛੱਛਰ, ਬੰਜਰ। ਸਭ ਤੋਂ ਜਿਹੜੀ ਉਪਜਾਊ ਭੂਮੀ ਪੋਲਜ਼ ਆ, ਫਿਰ ਉਦੋਂ ਘੱਟ ਉਪਜਾਊ ਪ੍ਰੋਤੀ, ਉਦੋਂ ਘੱਟ ਉਪਜਾਊ ਛੱਛਰ, ਅਤੇ ਉਸ ਤੋਂ ਬਾਅਦ ਫਿਰ ਬੰਜਰੀ ਆ ਗਈ ਜਿਹੜੀ ਉਪਜਾਊ ਨਹੀਂ ਹੋ ਸਕਦੀ, ਜਿਹ 'ਚ ਫਸਲਾਂ ਨਹੀਂ ਹੁੰਦੀਆਂ ਸੀ। ਠੀਕ ਹੈ, ਤਾਂ ਜਿਹੜੇ ਪਿਛਲੇ ਸਮੇਂ ਜਿਹੜੇ ਕਰ ਲਏ ਜਾਂਦੇ ਸੀ, ਇਹ ਭੂਮੀ ਦੇ ਆਧਾਰ 'ਤੇ ਵੀ ਲਏ ਜਾਂਦੇ ਸੀ ਵੀ ਉਪਜਾਊ ਭੂਮੀ ਤੋਂ ਕਿੰਨਾ ਲੈ ਜਾਊਗਾ, ਘੱਟ ਉਪਜਾਊ ਤੋਂ ਕਿੰਨਾ ਲੈ ਜਾਊਗਾ, ਛੱਛਰ ਤੋਂ, ਬੰਜਰ ਤੋਂ ਕਿੰਨਾ ਲੈ ਜਾਊਗਾ। ਇਹ ਵੀ ਉੱਥੇ ਯਾਦ ਰੱਖਣ ਵਾਲੀ ਗੱਲ ਹੈ। ਮਨਸਬ ਸ਼ਬਦ ਦਾ ਕੀ ਅਰਥ ਹੈ? ਸੈਨਿਕ ਸਥਾਨ, ਪਦਵੀ, ਜਾਂ 1 ਤੇ 2 ਦੋਨੋਂ ਆਂਸਰ ਇਹਦਾ ਕੀ ਹੋਏਗਾ? ਕੁਐਸਚਨ ਨੰਬਰ 8 ਦਾ ਆਂਸਰ ਜਿਨ੍ਹਾਂ ਦਾ ਆ ਰਿਹਾ ਬਿਲਕੁਲ ਡੀ ਆਂਸਰ ਹੋਏਗਾ। ਵੀਡੀਓ ਨੂੰ ਪੋਜ਼ ਕਰਕੇ ਤੁਸੀਂ ਆਂਸਰ ਕਰ ਸਕਦੇ ਹੋ। ਵੀਡੀਓ ਵਧੀਆ ਲੱਗੇ ਤਾਂ ਲਾਈਕ, ਸ਼ੇਅਰ, ਸਬਸਕ੍ਰਾਈਬ, ਕਮੈਂਟ ਕਰਕੇ ਜਰੂਰ ਦੱਸਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰੋ। ਜਲਦੀ ਹੀ CDP ਦੀ ਕਲਾਸ ਆਪਾਂ ਕਮ ਬੈਕ ਕਰਾਂਗੇ। ਸੋ ਉਸ ਕਲਾਸ ਦੇ ਵਿੱਚ ਬਹੁਤ ਵੱਡੀ ਗੜਬੜ ਚੱਲ ਰਹੀ ਹੈ ਤੇ ਉਹ ਕਲਾਸ ਨਹੀਂ ਲੱਗ ਰਹੀ, ਸੋ ਉਸ ਲਈ ਬਾਰ-ਬਾਰ ਮਾਫੀ ਚਾਹੁੰਦੇ ਹਾਂ। ਸੋ 8 ਨੰਬਰ ਕੁਐਸਚਨ ਤੁਹਾਡੀ ਸਕਰੀਨ ਤੇ ਹੈਗਾ, ਇਹਦਾ ਆਂਸਰ ਡੀ ਹੋ ਗਿਆ ਸੈਨਿਕ ਜਾਂ ਸਥਾਨ। ਠੀਕ ਹੈ, ਮਨਸਬ ਸ਼ਬਦ ਦਾ ਅਰਥ ਸੀ ਸੈਨਿਕ ਜਾਂ ਸਥਾਨ। ਅਗਲਾ ਕੁਐਸਚਨ, ਦੱਖਣੀ ਭਾਰਤ ਦੇ ਕਿਹੜੇ ਰਾਜ ਨੇ ਸਭ ਤੋਂ ਪਹਿਲਾਂ ਅਕਬਰ ਦੀ ਅਧੀਨਤਾ ਸਵੀਕਾਰ ਕੀਤੀ? ਦੱਖਣੀ ਭਾਰਤ ਦੇ ਵਿੱਚ ਰਾਈਟ ਆਂਸਰ 9 ਦਾ ਕੀ ਹੋਊਗਾ? ਬੀ ਆਂਸਰ ਇਹਦਾ ਹੋਊਗਾ, ਬੀ ਆਂਸਰ। ਠੀਕ ਹੈ, ਖਾਨਦੇਸ਼ ਜਿਹੜਾ ਦੱਖਣੀ ਭਾਰਤ ਦਾ ਜਗ੍ਹਾ ਸੀ, ਉਹਨੇ ਸਭ ਤੋਂ ਪਹਿਲਾਂ ਅਕਬਰ ਦੀ ਅਧੀਨਤਾ ਸਵੀਕਾਰ ਕਰ ਲਈ ਸੀ, ਮੁਗਲਾਂ ਦੇ ਅੰਡਰ ਆ ਗਿਆ ਸੀ। ਅਕਬਰ ਦਾ ਕਿਹੜਾ ਰਾਜ ਦੱਖਣ ਭਾਰਤ ਵਿੱਚ ਨਹੀਂ ਬਣਾਇਆ? ਅਕਬਰ ਨੇ ਕਿਹੜਾ ਰਾਜ ਦੱਖਣ ਭਾਰਤ ਵਿੱਚ ਨਹੀਂ ਬਣਾਇਆ? ਬਰਾਰ, ਖਾਨਦੇਸ਼, ਅਹਿਮਦਨਗਰ, ਬੀਜਾਪੁਰ। ਭਾਵ ਕਹਿਣ ਵੀ ਕਿਹੜੀ ਚੀਜ਼ 'ਤੇ ਉਹ ਜਿੱਤ ਨਹੀਂ ਪ੍ਰਾਪਤ ਕਰ ਸਕਿਆ ਸੀ ਅਕਬਰ? ਰਾਈਟ ਆਂਸਰ ਇਹਦਾ ਕੀ ਹੋਗਾ? 10 ਦਾ, ਜਿਨ੍ਹਾਂ ਦਾ ਆਂਸਰ ਆ ਗਿਆ ਡੀ, ਬੀਜਾਪੁਰ ਉੱਪਰ
नहीं जित प्राप्त कर सके। आगे अकबर किहड़ी राजपूत रियासत नूं मुगल साम्राज अकबर किहड़ी राजपूत रियासत नूं मुगल साम्राज विच नहीं मिला पाया जिहड़ी कि जहांगीर ने मिलाई सी। राइट आंसर की होगा क्वेश्चन नंबर 11 जिन्ना बी आंसर रहेगा मेवाड़। अगला क्वेश्चन है समुद्र पुत्र किहड़े द्वीप नूं कहा जाता है? अंडेमान, न्यू मूरद्वीप, लक्षद्वीप, निकोबार। राइट आंसर की होगा इसका लक्षद्वीप का आंसर होएगा सी। ठीक है, 10 नंबर 1956 ईस्वी जिसकी स्थापना की गई सी लक्षद्वीप की और इसका क्षेत्रफल 32 किलोमीटर है और मलयालम ते अंग्रेजी इत्थों की राज भाषा। ठीक है, इत्थे जी राज भाषा मनी जाती है लक्षद्वीप की, उत्थे मलयालम तो अंग्रेजी बोली जाती है और इंडरेंट इसका सब तो बड़ा शहर है। इंडरेंट भाव इसका सब तो बड़ा शहर है, जगह का नाम है करावती, इसकी राजधानी है। ये तुम याद रखो लक्षद्वीप की राजधानी पूछ लेंगे बहुत बारी कि है करावती, बहुत इंपॉर्टेंट है। ठीक है, ठीक है, लक्षद्वीप की है एक द्वीपों का समूह है, अरब सागर वाली साइड आ जाता है। ठीक है, अंडेमान निकोबार जो द्वीप आ जाते हैं किधर आ जाते हैं, वो बंगाल की खाड़ी वाली साइड आ जाते हैं। चलो जी अगला क्वेश्चन, दुनिया का सब तो बड़ा डेल्टा किहड़ा है? दुनिया का सब तो बड़ा डेल्टा भारत के विच ही है सुंदरबन डेल्टा, जिथे कि सुंदरी दरख्त पाए जाते हैं। गंगा ब्रह्मपुत्र नदियाँ जिथे आके खत्म होंदियां ने उन्हां दा जिथे उन्हां दा नदियां दा पानी की जिहड़ी तेजी है भाव वो हौली हो जाती है उत्थे जाके नदी। ठीक है, वो आसे पासे फैल जाता पानी, थोड़ा इधर चला थोड़ा इधर चला, एक त्रिकोणी शक्ल के इस तरह ऐ डेल्टा बन जाता। पिछों नदी जी तिखी ढाल तो आती है, इत्थे आके ढाल घट जाती है तो पानी हौली हौली फैल जाता है तो इस तरह त्रिकोणा एक डेल्टा बन जाता, उसनूं बोलते हैं त्रिकोणा डेल्टा या सुंदरबन डेल्टा, जिथे कि सुंदरी रुख पाए जाते हैं। सो ये कित्थे हैगा? गंगा ब्रह्मपुत्र नदियां दे लास्ट के उत्ते जिहड़ा मिल जाता आपां नूं ये। ठीक है, चलो जी हाँ इत्थे लिखा भी है गंगा ब्रह्मपुत्र सुंदरबन दा डेल्टा है और दा डेल्टा मैदान संसार का सब तो बड़ा डेल्टा मैदान है। चलो जो भी है, किहड़ी नदी हिमालय पर्वत की पूर्वी होंद बनाउंदी है? किहड़ी होंद या हद होएगा ये? ठीक है, हद होएगा इत्थे। किहड़ी नदी हिमालय पर्वत की पूर्वी हद बनाउंदी है? हद सतलुज, ब्रह्मपुत्र, सिंध या गंगा। राइट आंसर 14 का की होगा? 14 आंसर बी आंसर होएगा सिंध। पूर्व 1 सेकंड वेट थोड़ा क्लीयर कर लिए। किहड़ी नदी हिमालय पर्वत की पूर्वी हद बनाउंदी है? हिमालय पर्वत की पूर्वी हद बनाउण वाली नदी इन्हां चों किहड़ी है? देखो सिंध तो पश्चिम चली गई शायद, इसका आंसर है जो बी ब्रह्मपुत्र आएगा। हाँ ब्रह्मपुत्र आएगा, बी आंसर आएगा 14 का। ब्रह्मपुत्र नदी बनाती है पूर्वी हद। जे मान लो पश्चिमी पूछ लिया फिर सिंध नदी आएगी, पश्चिमी हद सिंध नदी आएगी। अगला गंगा ब्रह्मपुत्र तो डेल्टाई खेत्र में किहड़ा दरख्त पाया जाता? तो राइट आंसर की होगा सुंदरी, हुणे सुन दस्सिया सुंदरी दरख्त उत्थे पाया जाता। चलो जी देवदार जिहड़े शाल वर्गा दरख्त ने जिहड़े पहाड़ों 'च पाए जाते हैं। अगला क्वेश्चन, सुंदरी या सुंदर नामक दरख्त करके ही इसनूं सुंदरबन डेल्टा कहा जाता, जो कि दुनिया का सब तो बड़ा डेल्टा मन्निया जाता है। एक दशांतर का अंतर कितने मिनट का होंदा है? दशांतर किहड़े हुंदे आ? इस तरह ऐ खिच्चे जाते जिहड़े लंबे। ठीक है, टोटल दशांतरां की गिनती कितनी है? 360 है और साढ़े भारत विचों कितने लंघदे? लगभग 29 दशांतर लंघदे हैगे आ। तो ये पूछा भी एक दशांतर तो दूसरे दशांतर के विचकार जिहड़ा कितना समा लै जाता? तो 4 मिनट का समा जिहड़ा लै जाता। राइट आंसर इसका की होगा 4 मिनट। ठीक है, तो इस करके 4 मिनट करते 0 डिग्री दशांतर तो साढ़े भारत वाला जिहड़ा 82.5 डिग्री दशांतर है 82.5 डिग्री नूं मतलब 4 नाल गुणा कर दो, लगभग 5.5 घंटे बन जाता। भाव 5.5 घंटे असीं अगे चलते हैं 0 डिग्री जिहड़ा इंग्लैंड के नालों, भाव जित्थों दी इंग्लैंड दे विच 0 डिग्री दशांतर लंघदा जिसनूं असीं बोलते हैं वर्ल्ड की जिहड़ी समा रेखा बोलते हैं, सीमा रेखा समा रेखा बोलते हैं, जितों सारे वर्ल्ड का टाइम लिया जाता, जो कि ग्रीन विच रेखा जिन्हों बोलते हैं 0 डिग्री, उत्थों लैके 82.5 डिग्री जी भारत विच नैनीताल विच दी लंघदी है। तो उत्थों ਦਾ ਜਿਹੜਾ ਸਮੇਂ ਦਾ ਫਰਕ 4 ਮਿੰਟਾਂ ਦੇ ਹਿਸਾਬ ਨਾਲ, ਕਿਉਂਕਿ 82 ਦਸ਼ਾਂतर ਹੋ ਗਏ 82.5 ਦਸ਼ਾਂतर ਹੋ ਗਏ 82.5 ਨੂੰ 4 ਨਾਲ ਗੁਣਾ ਕਰਕੇ ਦੇਖ ਲਓ ਜਿਹੜਾ ਕਿੰਨਾ ਆ ਜਾਊਗਾ 5.5 ਘੰਟੇ ਅਸੀਂ ਅੱਗੇ ਆ ਤੋਂ। ਤਾਂ ਰਾਈਟ ਆਂਸਰ ਦਾ 4 ਮਿੰਟ ਆ ਜਾਏਗਾ। ਅਗਲਾ ਨੈਕਸਟ ਕੁਐਸਚਨ ਦਾ, शिवाजी मराठी ने ਕਿਹੜੀ ਮੁਗਲ ਬੰਦਰਗਾਹ ਨੂੰ ਲੁੱਟਿਆ ਸੀ? शिवाजी मराठी ने ਕਿਹੜੀ ਮੁਗਲ ਬੰਦਰਗਾਹ ਨੂੰ ਲੁੱਟਿਆ ਸੀ? ਕੁਐਸਚਨ ਨੰਬਰ 17 ਦਾ ਆਂਸਰ ਜਿਨ੍ਹਾਂ ਦਾ ਆ ਗਿਆ ए आंसर इसका राइट होएगा जी, ए आंसर सूरत। अगला क्वेश्चन है, मुगल काल में आमिल किस का मुख्य अधिकारी होंदा सी? आमिल, आमिल किस का? परगाने का, मौजा का, सूबे का या उपरोक्त सारे? ये परगाने का ਜਿਹੜਾ ਮੁੱਖ ਅਧਿਕਾਰੀ ਹੁੰਦਾ ਸੀ ਆमिल। 18 ਦਾ ਆਨਸਰ ਜਿਹੜਾ ਇਹ ਹੋਏਗਾ। ਠੀਕ ਹੈ, ਇੱਥੇ ਇੱਕ ਲਿਖਿਆ ਕੋਈ ਗੱਲ ਨਹੀਂ, ਇਹ ਕਰ ਲਿਓ। ਔਰ ਆमिल ਇਹ ਪਰਗਾਨੇ ਵਿੱਚ ਲਗਾਨ ਇਕੱਠਾ ਕਰਨ ਵਾਲਾ ਅਧਿਕਾਰੀ ਹੁੰਦਾ ਸੀ, ਲਗਾਨ ਸੰਬੰਧੀ ਮੁਕੱਦਮਿਆਂ ਦਾ ਫੈਸਲਾ ਕਰਨ ਵਾਲੇ ਤੇ ਕਿਸਾਨਾਂ ਨੂੰ ਕਰਜ਼ੇ ਵੰਡਣ ਵਾਲਾ ਹੁੰਦਾ ਸੀ। ਇਹ ਆमिल ਦੇ ਕੰਮ ਹੁੰਦੇ ਸੀ। ਠੀਕ ਹੈ, ਅਗਲਾ परगाना उस टाइम पता की होंगे, परगाना एक जिले की तरह होंगे, परगाना कोई छोटी चीज़ नहीं होंगी सी। ठीक है, इस चीज़ को ध्यान च रख लियो। अगला क्वेश्चन तुहाडी स्क्रीन पर, मनसबदारी प्रणाली संबंधी किहड़ा तत्थ अटुकमा है? भी मनसबदारी प्रणाली संबंधी किहड़ा तत्थ अटुकमा है? क्वेश्चन नंबर 19 का आंसर जिन्हों का आ गया बी, बी राइट आंसर है। आर्थिक स्थिति,
ठीक है। आर्थिक स्थिति इसका राइट आंसर होगा आर्थिक स्थिति ਨੂੰ ਸੁਧਾਰਨਾ। ठीक है। अकबर ਇਹਦਾ ਸੰਸਥਾਪਕ ਸੀ, ਗੱਲ ਸਹੀ ਹੈ। ਇਸ ਵਿੱਚ ਜਾਤ ਤੇ ਸਵਾਰ 2 ਪਦ ਹੁੰਦੇ ਸੀ, ਇਹ ਵੀ ਗੱਲ ਸਹੀ ਹੈ। ਮੁੱਖ ਉਦੇਸ਼ ਸੈਨਿਕ ਸੰਗਠਨ ਨੂੰ ਮਜ਼ਬੂਤ ਕਰਨਾ ਸੀ। ਠੀਕ ਹੈ, ਇਹ ਬਹੁਤ ਇੰਪੋਰਟੈਂਟ ਹੈ। ਜਾਤ ਵਾਲੇ ਤੇ ਸਵਾਰ ਵਾਲੇ ਮੰਨ ਲਏ ਘੋੜੇ ਰੱਖਦੇ ਹੁੰਦੇ ਸੀ, ਜਾਤ ਵਾਲੇ ਜਿਹੜੇ ਆਮ ਸੈਨਿਕ ਹੁੰਦੇ ਸੀ ਇਸ ਤਰ੍ਹਾਂ। ਠੀਕ ਹੈ, ਤਾਂ ਇਹ ਧਿਆਨ 'ਚ ਰੱਖਣ ਵਾਲੀ ਗੱਲ ਹੈ। ਪਰ ਆਰਥਿਕ ਸਥਿਤੀ ਨੂੰ ਸੁਧਾਰਨਾ ਮਨਸਬਦਾਰੀ ਦਾ ਕੋਈ ਮਤਲਬ ਨਹੀਂ ਹੈਗਾ ਸੀ, ਤਾਂ ਆਨਸਰ ਇਹਦਾ ਬੀ ਹੋਊਗਾ। ਅਗਲਾ ਮਿਸ਼ਰਤ ਖੇਤੀ ਕੀ ਹੁੰਦੀ ਹੈ? ਮਿਸ਼ਰਤ ਖੇਤੀ ਦਾ ਮਤਲਬ ਵੀ ਮਿਕਸ ਫਾਰਮਿੰਗ ਕੀ ਹੁੰਦੀ ਹੈ? ਤਾਂ ਇਹਦਾ ਮਤਲਬ ਹੋ ਗਿਆ ਖੇਤੀ ਦੇ ਨਾਲ ਨਾਲ ਕੋਈ ਹੋਰ, ਜਿਵੇਂ ਮੁਰਗੀ ਪਾਲਣਾ, ਪਸ਼ੂ ਪਾਲਣਾ, ਸੂਰ ਪਾਲਣਾ ਜਾਂ ਕੋਈ ਹੋਰ ਜਾਨਵਰਾਂ ਵਾਲੇ ਧੰਦੇ ਕਰਨੇ। ਠੀਕ ਹੈ, ਤਾਂ ਉਹ ਰਾਈਟ ਆਨਸਰ ਇਹਦਾ ਆ ਗਿਆ ਸੀ, ਮਿਕਸ ਨਾਲ ਪਸ਼ੂ ਪਾਲਣਾ। ਠੀਕ ਹੈ, ਚਲੋ ਮਿਸ਼ਰਤ ਖੇਤੀ ਵਿੱਚ ਦੇਖੋ ਮੱਛੀ ਪਾਲਣ ਵੀ ਆ ਗਿਆ, ਮਧੂ ਮੱਖੀ ਪਾਲਣ, ਫਲਾਂ ਅਤੇ ਸਬਜ਼ੀਆਂ ਦਾ ਉਤਪਾਦਨ ਵੀ ਸ਼ਾਮਲ ਕਰ ਲਿਆ ਜਾਂਦਾ ਇਹਦੇ ਵਿੱਚ। ਠੀਕ ਹੈ, ਮਿਕਸ ਖੇਤੀ ਦੇ ਵਿੱਚ। ਅਗਲਾ ਕੁਐਸਚਨ ਓਪੈਕ। ਠੀਕ ਹੈ, ਐਟ ਇਹ ਕੀ ਹੈ? ਜੋ ਇਹਨੂੰ ਦੀ ਸ਼ਾਖਾ ਹੈ, ਵਪਾਰੀਆਂ ਦਾ ਸੰਘ ਹੈ। ਓਪੈਕ ਜਾਂ ਤੇਲ ਨਿਰਯਾਤਕ ਦੇਸ਼ਾਂ ਦਾ ਗਰੁੱਪ ਹੈ। ਇਹ ਤੇਲ ਨਿਰਯਾਤਕ ਦੇਸ਼ਾਂ ਦਾ ਇੱਕ ਗਰੁੱਪ ਹੈ। ਠੀਕ ਹੈ, ਇਹਦਾ ਮਤਲਬ ਕੀ, ਇਹਦਾ ਫੁੱਲ ਫਾਰਮ ਕੀ ਹੈਗਾ? ਆਰਗੇਨਾਈਜੇਸ਼ਨ ਆਫ ਦਾ ਪੈਟਰੋਲੀਅਮ ਐਕਸਪੋਰਟਿੰਗ ਕੰਟਰੀਜ਼। ਇਸ ਦੀ ਸਥਾਪਨਾ ਜਿਹੜੀ 1959 ਦੇ ਵਿੱਚ ਕੀਤੀ ਗਈ ਸੀ ਬਗਦਾਦ, ਇਰਾਕ ਦੇ ਵਿੱਚ, ਕਿਉਂਕਿ ਇਰਾਕ ਦੇ ਵਿੱਚ ਜ਼ਿਆਦਾ ਤੇਲ ਮਿਲਦਾ, ਉੱਥੇ ਦੀ ਸਥਾਪਨਾ ਕੀਤੀ ਗਈ ਸੀ। ਠੀਕ ਹੈ, ਸੋ ਇਸ ਦਾ ਮੁੱਖ ਦਫ਼ਤਰ ਬਿਆਨਾ ਵਿੱਚ ਹੈ। ਸੰਸਾਰ ਵਿੱਚ ਇਹ ਨਿਰਯਾਤਕ ਦੇਸ਼ਾਂ ਦਾ ਸਭ ਤੋਂ ਵੱਡਾ ਗਰੁੱਪ ਹੈ ਜਿਹੜਾ ਓਪੈਕ ਹੈ। ਠੀਕ ਹੈ, ਇੱਥੇ ਸਭ ਤੋਂ ਜ਼ਿਆਦਾ ਤੇਲ ਮਿਲਦਾ। ਇਹਦੇ ਵਿੱਚ ਹੋਰ ਵੀ ਜਿਹੜੀਆਂ ਸਟੇਟਾਂ ਆਈ ਨਹੀਂ ਇਰਾਕ ਦੇ ਨਾਲ ਨਾਲ। ਚਲੋ ਜੀ ਅਗਲਾ ਕੁਐਸਚਨ ਕਾਲਾ ਪਾਣੀ ਜੀਵਤ ਜਵਾਲਾਮੁਖੀ ਜਾਂ ਦੱਖਣੀ ਸਿਰਾ ਆਦਿ ਸੰਬੰਧ ਹੈ। ਕਿਸ ਇਹ ਕਾਲੇ ਪਾਣੀ ਭਾਵ ਕਿੱਥੇ ਮਿਲਦਾ? ਆਪਾਂ ਨੂੰ ਪਤਾ ਹੈ ਕਿ ਇਹ ਅੰਡੇਮਾਨ ਨਿਕੋਬਾਰ ਜਿਹੜੀ ਦੀਪ ਸਮੂਹ ਮਾਫ ਕਰਨਾ, ਇਹ ਅੰਡੇਮਾਨ ਨਿਕੋਬਾਰ ਦੀਪ ਸਮੂਹ, ਉੱਥੇ ਆਪਾਂ ਨੂੰ ਕਾਲੇ ਪਾਣੀ ਦੀ ਜਿਹੜੀ ਜਗ੍ਹਾ ਮਿਲਦੀ ਹੈ ਜਿਹਨੂੰ ਅਸੀਂ ਜੀਵਤ ਜਵਾਲਾਮੁਖੀ, ਉੱਥੇ ਜਿਉਂਦਾ ਜਵਾਲਾਮੁਖੀ ਕਹਿ ਸਕਦੇ ਹਾਂ, ਕਿਰਿਆਸ਼ੀਲ ਜਵਾਲਾਮੁਖੀ ਕਹਿ ਸਕਦੇ ਹਾਂ, ਉਹ ਵੀ ਮਿਲਦਾ। ਭਾਰਤ ਦਾ ਜਿਹੜਾ ਦੱਖਣੀ ਸਿਰਾ ਉੱਧਰ ਆਪਾਂ ਨੂੰ ਮਿਲ ਜਾਂਦਾ ਇਹ। ਠੀਕ ਹੈ, ਇੱਥੇ ਹੀ ਕਹਿੰਦੇ ਬਹਾਦਰ ਸ਼ਾਹ ਜ਼ਾਫਰ ਨੂੰ ਵੀ ਜਿਹੜਾ ਕੈਦ ਕਰਕੇ ਰੱਖਿਆ ਗਿਆ ਸੀ, ਔਰ ਇੱਥੇ ਜਿਹੜਾ ਡਾਕਟਰ ਦੀਵਾਨ ਸਿੰਘ ਕਾਲੇ ਪਾਣੀ ਇੱਕ ਪੰਜਾਬੀ ਕਵੀ ਸੀ, ਉਹਨੂੰ ਵੀ ਇੱਥੇ ਕੈਦ ਕਰਕੇ ਰੱਖਿਆ ਗਿਆ ਸੀ। ਇਸ ਤੋਂ ਇਲਾਵਾ ਬੁਟਕੇਸ਼ਦਾਰ ਦੱਤ ਬੀੜੀ ਸਾਬਕਰ ਨੂੰ ਵੀ ਇੱਥੇ ਕੈਦ ਕਰਕੇ ਰੱਖਿਆ ਗਿਆ ਸੀ। ਯਾਦ ਰੱਖ ਲਿਓ ਕਾਲੇ ਪਾਣੀ ਦੇ। ਸੋ ਇਹ ਆਪਣੇ ਅੱਜ ਦੇ 22 ਹੀ ਕੁਐਸਚਨ ਸੀ, ਬਾਕੀ ਆਨਸਰ ਕੀ ਹੈਗੇ ਆ ਤੇ PDF ਜਿਹੜਾ ਆਪਣੇ ਐਪ ਦੇ ਉੱਪਰ ਪਾ ਦਿੱਤਾ ਜਾਏਗਾ, ਐਪ ਦੇ ਵਿੱਚ ਪੜ੍ਹਨ ਵਾਸਤੇ, ਸਟੱਡੀ ਕਰਨ ਵਾਸਤੇ, ਕਿਉਂਕਿ ਐਗਜ਼ਾਮ ਤੋਂ ਪਹਿਲਾਂ ਅਸੀਂ ਰਿਵੀਜ਼ਨ ਕਰ ਸਕੀਏ। ਸੋ ਜਲਦੀ ਹੀ ਨਵੀਂ ਕਲਾਸ ਲੈ ਕੇ ਮਿਲਾਂਗੇ SST ਦੀ ਵੀ, CDP ਦੀ। ਸੋ ਇੱਕ ਕਲਾਸ ਅੱਜ ਕੋਸ਼ਿਸ਼ ਕਰਾਂਗੇ ਕਿ ਥਿਓਰੀ ਦੇ ਵਿੱਚ ਤੁਹਾਨੂੰ SST ਪੈਡਾਗੋਜੀ ਦੀ ਵੀ ਮਿਲ ਜੇ, ਆਫਲਾਈਨ ਹੀ ਜਿਹੜੀ ਕਲਾਸ ਅਸੀਂ ਦੇਵਾਂਗੇ। ਸੋ ਥੈਂਕ ਯੂ, ਟੇਕ ਕੇਅਰ, ਬਾਏ ਬਾਏ। ਮਿਲਦੇ ਹਾਂ ਨੈਕਸਟ ਕਿਸੇ ਹੋਰ ਵੀਡੀਓ 'ਚ, ਤਦ ਤੱਕ ਲਈ ਸਤਿ ਸ਼੍ਰੀ ਅਕਾਲ। ਸ਼ੇਅਰ ਕਰੋ, ਲਾਈਕ ਕਰੋ ਦੱਬ ਕੇ। ਸੋ ਜੋ ਟੈਕਨੀਕਲ ਪ੍ਰੋਬਲਮ ਆਉਂਦੀਆਂ ਨੇ ਕਲਾਸ ਲਈ ਅਸੀਂ ਤੁਹਾਨੂੰ ਟਾਈਮ ਦਿੰਦੇ ਹਾਂ, ਪਰ ਤੁਸੀਂ ਵੇਟ ਕਰ ਰਹੇ ਹੋ, ਤਾਂ ਸਾਡਾ ਵੀ ਬਹੁਤ ਦਿਲ ਦੁਖੀ ਹੁੰਦਾ ਉਸ ਦੇ ਵਿੱਚ। ਠੀਕ ਹੈ, ਸੋ ਉਸ ਲਈ ਮਾਫੀ ਚਾਹੁੰਦੇ ਹਾਂ ਕਿਉਂਕਿ ਤੁਸੀਂ ਇੰਨੇ ਵੇਟ ਕਰਦੇ ਹੋ। ਠੀਕ ਹੈ, ਕਲਾਸ ਨਹੀਂ ਲੱਗਦੀ ਕਿਉਂਕਿ ਜੀ ਤਾਂ ਸਾਡਾ ਵੀ ਕਰਦਾ ਸੀ ਕਲਾਸ ਮਿਸ ਕਿਉਂ ਕਰੀਏ। ਸੋ ਕਈ ਵਾਰੀ ਪ੍ਰੋਬਲਮ ਜਿਹੀ ਆ ਜਾਂਦੀ ਹੈ ਕਿ ਜਿਸ ਦੇ ਵਿੱਚ ਆਪਣਾ ਬਸ ਤੋਂ ਬਾਹਰ ਦੀ ਗੱਲ ਹੋ ਜਾਂਦੀ ਹੈ। ਸੋ ਥੈਂਕ ਯੂ, ਟੇਕ ਕੇਅਰ, ਬਾਏ ਬਾਏ। ਸ਼ੇਅਰ ਕਰੋ, ਲਾਈਕ ਕਰੋ। ਮਿਲਦੇ ਹਾਂ ਨੈਕਸਟ ਕਿਸੇ ਹੋਰ। ਇਸ ਤੋਂ ਇਲਾਵਾ ਆਪਣਾ ਟੈਲੀਗ੍ਰਾਮ ਚੈਨਲ ਹੈਗਾ MSW ਸਟੱਡੀ ਟੈਲੀਗ੍ਰਾਮ ਚੈਨਲ, ਉਹਨੂੰ ਸਬਸਕ੍ਰਾਈਬ ਕਰੋ, ਬੈਲ ਆਈਕਨ ਦਾ ਬਟਨ ਦਬ ਲਓ, ਉੱਥੇ ਵੀ ਤੁਹਾਨੂੰ ਬਹੁਤ ਸਾਰੀ ਇਨਫੋਰਮੇਸ਼ਨ ਮਿਲਦੀ ਰਹਿੰਦੀ ਹੈ। ਸੋ ਥੈਂਕ ਯੂ, ਟੇਕ ਕੇਅਰ।